ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦਾ ਆਪਣਾ ਨੈਕਸਟ ਟੌਪਿਕ ਹੈਗਾ ਸਕੇਲਸ ਆਫ ਟੈਂਪਰੇਚਰ। ਮੀਨਸ ਟੈਂਪਰੇਚਰ ਨੂੰ ਮੇਜ਼ਰ ਕਰਨ ਵਾਸਤੇ ਆਪਾਂ ਕਿੰਨੀ ਤਰ੍ਹਾਂ ਦੀਆਂ ਸਕੇਲਸ ਯੂਜ਼ ਕਰਦੇ ਹੈਗੇ ਆ। ਤੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਪੜ੍ਹਦੇ ਹੈਗੇ ਆ ਕਿ ਸਕੇਲ ਨੂੰ ਹੁਣ ਅਸੀਂ ਡਿਫਾਈਨ ਕਰਨਾ ਹੈ ਕਿ ਕਿਸ ਤਰ੍ਹਾਂ ਆਪਾਂ ਸਕੇਲ ਨੂੰ ਚੂਜ਼ ਕਰਨਾ ਹੈ। ਤੋ ਟੂ ਮੇਜ਼ਰ ਦ ਟੈਂਪਰੇਚਰ ਡਿਫਰੈਂਸ we use different scales are used to measure the temperature और each ਜਿਹੜੀ scale ਹੈਗੀ ਹੈ it is divided or it is defined between two fixed reference। ਦੋ ਇੱਕ ਫਿਕਸ references ਅਸੀਂ choose ਕਰਦੇ ਹਾਂ ਜਿਹਦੇ ਉੱਪਰ ਆਪਾਂ different scales ਨੂੰ define ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਸਾਡਾ ਹੈਗਾ lower fixed point। ਲੋਅਰ ਫਿਕਸਡ ਪੁਆਇੰਟ ਨੇ ਜਿਹਨੂੰ ਆਪਾਂ LFVB ਕਹਿੰਦੇ ਆ। ਇਹ ਜਿਹੜਾ ਲਿੱਤਾ ਗਿਆ ਹੈਗਾ ਮੈਲਟਿੰਗ ਪੁਆਇੰਟ ਆਫ ਆਈਸ ਔਰ ਇਟ ਇਜ਼ ਕਾਲਡ ਦਾ ਆਈਸ ਪੁਆਇੰਟ। ਮੈਲਟਿੰਗ ਪੁਆਇੰਟ ਆਫ ਆਈਸ ਮੀਨਸ ਜਿਹਦੇ ਉੱਤੇ ਜਿਹੜਾ ਹੈਗੀ ਹੈ ਤੁਹਾਡੀ ਆਈਸ ਮੈਲਟ ਕਰਦੀ ਹੈਗੀ ਹੈ ਉਸ ਪੁਆਇੰਟ ਨੂੰ ਆਪਾਂ ਕੀ ਕਹਿੰਦੇ ਆ LFP। ਔਰ ਦੂਜਾ ਰੈਫਰੈਂਸ ਪੁਆਇੰਟ ਜਿਹੜਾ ਲਿੱਤਾ ਗਿਆ ਹੈਗਾ that is upper fixed point। upper fixed point UFP ਔਰ ਇਹ ਕਿਹੜਾ ਪੁਆਇੰਟ ਲਿੱਤਾ ਗਿਆ ਹੈਗਾ boiling point of water or steam point। ਮੀਨਸ ਜਿੱਥੇ ਪਾਣੀ ਤੁਹਾਡਾ boil ਕਰਦਾ ਹੈਗਾ steam ਬਣਨੀ ਸ਼ੁਰੂ ਹੋ ਜਾਂਦੀ ਹੈ ਉਸ point ਨੂੰ ਆਪਾਂ ਲਿੱਤਾ ਹੈਗਾ UFP upper fixed point। ਇਹ ਦੋ points ਆਪਾਂ choose ਕੀਤੇ ਹੈ ਕਿਸੇ ਵੀ scale ਨੂੰ define ਕਰਨ ਵਾਸਤੇ ਜਿਹਨੂੰ ਆਪਾਂ use ਕਰਨਾ ਹੈਗਾ temperature measure ਕਰਨ ਵਾਸਤੇ। ਹੁਣ the distance between the two fixed point ਜਿਹੜੇ ਦੋ fixed point ਹੈ LFP ਤੇ UFP ਇਹਨਾਂ ਦੇ ਵਿੱਚ ਜਿਹੜਾ distance ਹੈਗਾ ਉਸ ਚੀਜ਼ ਨੂੰ ਆਪਾਂ divide ਕੀਤਾ ਹੈਗਾ equal parts ਦੇ ਵਿੱਚ and that equal parts ਜਿਹੜਾ ਹੈਗਾ ਸਾਡਾ ਡਿਫਾਈਨ ਕਰੇਗਾ ਉਸ ਸਕੇਲ ਦੇ ਬਾਰੇ। ਤਾਂ ਵੇਰੀਅਸ ਸਕੇਲਸ ਜਿਹੜੀਆਂ ਹੈਗੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹੈਗੇ ਆ ਸੈਲਸੀਅਸ ਸਕੇਲਸ। ਸੈਲਸੀਅਸ ਸਕੇਲ ਆਪਾਂ ਡਿਗਰੀ ਸੈਂਟੀਗ੍ਰੇਡ ਵੀ ਇਹਨੂੰ ਕਹਿੰਦੇ ਹੈਗੇ ਆ। ਦਿਸ ਸਕੇਲ ਇਜ਼ ਕਾਲਡ ਦਾ ਸੈਂਟੀਗ੍ਰੇਡ ਸਕੇਲ। ਤੇ ਇਹਦੇ ਵਿੱਚ ਜਿਹੜੇ ਦੋ ਰੈਫਰੈਂਸ ਪੁਆਇੰਟ ਹੈ ਸਾਡਾ LFP ਜਿਹੜਾ ਹੈਗਾ 0 ਡਿਗਰੀ ਸੈਂਟੀਗ੍ਰੇਡ। 0 ਡਿਗਰੀ ਸੈਂਟੀਗ੍ਰੇਡ ਸਾਨੂੰ ਪਤਾ ਹੈਗਾ ਇਸ ਟੈਂਪਰੇਚਰ ਦੇ ਉੱਤੇ ਜਿਹੜੀ ਤੁਹਾਡੀ ਆਈਸ ਹੈਗੀ ਆ ਉਹ ਮੈਲਟ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਹੈ। ਔਰ UFP upper fixed point means 100 ਡਿਗਰੀ ਸੈਂਟੀਗ੍ਰੇਡ ਤੇ ਜਿਹੜਾ ਹੈਗਾ ਪਾਣੀ ਸਾਡਾ ਬੋਇਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਇਹ ਸਾਡੇ ਦੋ ਰੈਫਰੈਂਸ ਪੁਆਇੰਟਸ ਹੋ ਗਏ ਔਰ ਇਨ ਦੋਨਾਂ ਦੇ ਵਿੱਚ ਜਿਹੜੇ ਇੰਟਰਵਲ ਹੈਗਾ ਉਹ ਆਪਾਂ ਜਿਹੜਾ ਡਿਵਾਈਡ ਕੀਤਾ ਹੈਗਾ 100 ਇਕੁਅਲ ਪਾਰਟਸ। ਮੀਨਸ ਇੱਕ ਤੁਹਾਡਾ ਹੋ ਗਿਆ 0 ਦੂਜਾ ਹੋ ਗਿਆ ਤੁਹਾਡਾ 100। ਇਹਦੇ ਵਿੱਚ ਜਿਹੜਾ ਇਹ ਡਿਸਟੈਂਸ ਹੈਗਾ ਇਹਨੂੰ ਆਪਾਂ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਔਰ ਕਿੰਨੇ ਪਾਰਟਸ ਹੋਏ ਆ ਉਹ ਤੁਹਾਡੇ 100 ਪਾਰਟਸ ਹੋਏ ਹੈਗੇ। ਜਿਹੜਾ ਇੱਕ ਪਾਰਟ ਹੈ ਠੀਕ ਹੈ ਇੱਕ ਡਿਵੀਜ਼ਨ ਹੈਗੀ ਹੈ ਉਹਨੂੰ ਆਪਾਂ ਕਹਿੰਦੇ ਆ ਡਿਗਰੀ ਸੈਲਸੀਅਸ ਔਰ 1 ਡਿਗਰੀ ਸੈਂਟੀਗ੍ਰੇਡ ਠੀਕ ਹੈ। ਦੂਜੀ ਯੂਨਿਟ ਹੈਗੀ ਹੈ ਤੁਹਾਡੀ ਫਾਰਨਹਾਈਟ ਸਕੇਲ। ਆਪਾਂ ਇਹਨੂੰ ਡਿਗਰੀ ਫਾਰਨਹਾਈਟ ਡਿਗਰੀ F ਜਾਂ ਡਿਗਰੀ ਫਾਰਨਹਾਈਟ ਵੀ ਕਹਿੰਦੇ ਹੈਗੇ। ਤਾਂ ਸੇਮ ਇਸ ਸਕੇਲ ਦੇ ਵੀ ਜਿਹੜੇ ਲੋਅਰ ਫਿਕਸਡ ਪੁਆਇੰਟ ਮੀਨਸ ਜਿਸ ਪੁਆਇੰਟ ਦੇ ਉੱਤੇ ਆਈਸ ਮੈਲਟ ਕਰਨਾ ਸ਼ੁਰੂ ਕਰਦੀ ਹੈ that is 32 ਡਿਗਰੀ ਫਾਰਨਹਾਈਟ ਔਰ ਅਪਰ ਫਿਕਸਡ ਪੁਆਇੰਟ ਜਿਹੜਾ ਹੈਗਾ 212 ਡਿਗਰੀ ਫਾਰਨ। ਇਹ ਜਿਹੜੀਆਂ ਰੀਡਿੰਗਸ ਹੈਗੀਆਂ ਇਹ ਫਿਕਸਡ ਹੈਗੀਆਂ ਵੈਲਿਊਸ ਇਹ ਤੁਹਾਨੂੰ ਐਜ਼ ਇਟ ਇਜ਼ ਹੀ ਯਾਦ ਰੱਖਣੀਆਂ ਪੈਣੀਆਂ। An interval between LFP and UFP is divided into 180 equal parts। ਹੁਣ ਜਿਹੜਾ ਇੱਕ ਤੁਹਾਡੀ 32 ਹੋ ਗਈ ਡਿਗਰੀ ਫਾਰਨਹਾਈਟ ਔਰ ਦੂਜਾ ਜਿਹੜਾ ਅਪਰ ਫਿਕਸਡ ਪੁਆਇੰਟ ਕੀ ਹੋ ਗਿਆ 212 ਤੇ ਇਹਨਾਂ ਦਾ ਜਿਹੜਾ ਡਿਫਰੈਂਸ ਹੈਗਾ that is 180। ਇਹ ਇਕੁਅਲ ਪਾਰਟਸ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕੀਤਾ ਹੈ ਤੇ ਇੱਕ ਪਾਰਟ ਨੂੰ ਇੱਕ ਡਿਵੀਜ਼ਨ ਨੂੰ ਆਪਾਂ ਪੜ੍ਹਦੇ ਹੈਗੇ ਆ ਡਿਗਰੀ ਫਾਰਨਹਾਈਟ। ਤੀਜੀ ਸਕੇਲ ਹੈ ਤੁਹਾਡੀ ਕੈਲਵਿਨ ਸਕੇਲ ਠੀਕ ਹੈ। ਕੈਲਵਿਨ ਸਕੇਲ ਦੇ ਵਿੱਚ ਜਿਹੜਾ ਲੋਅਰ ਫਿਕਸਡ ਪੁਆਇੰਟ ਹੈ that is 273.15 ਕੈਲਵਿਨ ਔਰ ਜਿਹੜਾ ਅਪਰ ਫਿਕਸਡ ਪੁਆਇੰਟ ਹੈ that is 273.15 ਕੈਲਵਿਨ ਔਰ ਇਹ ਜਿਹੜਾ ਦੋਨੋਂ ਲੋਅਰ ਫਿਕਸਡ ਪੁਆਇੰਟ and upper fixed point is divided into 100 equal parts। LFP and UFP is divided into 100 equal parts ਔਰ ਜਿਹੜਾ ਇੱਕ ਪਾਰਟ ਹੈਗਾ ਇੱਕ ਡਿਵੀਜ਼ਨ ਹੈ ਆਪਾਂ ਉਹਨੂੰ ਕਵਾਂਗੇ 1 ਕੈਲਵਿਨ।
एंड फोर्थ वन इज र्यूमर स्केल। र्यूमर स्केल दे विच किहड़ा हैगा तुहाडा लोअर फिक्स्ड पॉइंट इज 0 डिग्री र्यूमर एंड अपर फिक्स्ड पॉइंट इज 80 डिग्री र्यूमर और जिहड़ी दोनों दे विच द डिस्टेंस हैगा दैट इज डिवाइडेड इनटू 80 इक्वल पार्ट्स। एक 0 डिग्री हो गई और दूसरी कितनी होगी 80 डिग्री र्यूमर। तो जिहड़ी इहनूं डिवीजन है डिवाइड किया आपां 80 इक्वल पार्ट्स ਦੇ ਵਿੱਚ डिवाइड ਕੀਤਾ है ਤੇ ਜਿਹੜਾ ਇੱਕ ਪਾਰਟ ਹੈ ਉਹਨੂੰ ਆਪਾਂ ਕਹਿੰਦੇ हैं 1 डिग्री र्यूमर। ਹੁਣ ਅਸੀਂ ਕੰਪੇਅਰ ਕਰਨਾ ਹੈ ਚਾਰੋਂ ਸਕੇਲਸ ਨੂੰ। ਮੀਨਸ ਸਾਨੂੰ ਅਗਰ ਇੱਕ ਸਕੇਲ ਦੇ ਵਿੱਚ ਟੈਂਪਰੇਚਰ ਪਤਾ ਹੈਗਾ ਤਾਂ ਆਪਾਂ ਉਹਨੂੰ ਦੂਸਰੀ ਸਕੇਲ ਦੇ ਵਿੱਚ ਕਿਵੇਂ ਫਾਈਂਡ ਆਊਟ ਕਰਨਾ ਹੈ। ਤਾਂ ਮੈਂ ਇਹਨੂੰ ਤੁਹਾਨੂੰ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੈਗਾ ਚਾਰੋਂ ਸਕੇਲਸ। ਤਾਂ ਪਹਿਲਾਂ ਸਾਡੀ ਹੈਗੀ ਹੈ ਸੈਂਟੀਗ੍ਰੇਡ ਸਕੇਲ, फिर साडी हैगी है फॉरेनहाइट स्केल, फिर साडी हैगी है कैल्विन स्केल एंड लास्ट इज योर र्यूमर स्केल। सारियां दे लोअर फिक्स्ड पॉइंट्स मैं तुहानू इत्थे मैंशन किते होए हैगे जो आपां पहलां पढ़े हैगे हैं और अपर फिक्स्ड पॉइंट तुहानू मैंशन किता है। अपर फिक्स्ड पॉइंट आपां स्टीम पॉइंट लिता हैगा ते लोअर फिक्स्ड पॉइंट आपां आइस पॉइंट लिता हैगा। डिफरेंट स्केल्स दे डिफरेंट लोअर ते अपर तुहानू इहदे विच दिखाई दे रहे हैगे हैं। तो ਹੁਣ ਸਾਡੇ ਕੋਲ ਕੰਪੈਰੀਜ਼ਨ ਸਕੇਲ ਦਾ ਜਨਰਲ ਫਾਰਮੂਲਾ ਕੀ ਬਣ ਜਾਂਦਾ ਹੈ। ਜਨਰਲ ਫਾਰਮੂਲਾ ਹੈਗਾ ਟੈਂਪਰੇਚਰ ਔਨ ਐਨੀ ਸਕੇਲ। ਕਿਸੇ ਵੀ ਸਕੇਲ ਦੇ ਉੱਤੇ ਜੋ ਟੈਂਪਰੇਚਰ ਮੀਨਸ ਅਗਰ ਸੈਂਟੀਗ੍ਰੇਡ ਸਕੇਲ ਹੈ ਤੁਸੀਂ ਇੱਥੇ C ਲਿਖ ਦੋਗੇ, ਅਗਰ ਫਾਰਨਹਾਈਟ ਸਕੇਲ ਹੈਗਾ ਤਾਂ ਤੁਸੀਂ ਇੱਥੇ ਕੀ ਲਿਖ ਦੋਗੇ F ਲਿਖ ਦੋਗੇ, ਅਗਰ ਕੈਲਵਿਨ ਸਕੇਲ ਹੈ ਤਾਂ ਤੁਸੀਂ ਇੱਥੇ K ਲਿਖ ਦੋਗੇ। ठीक है, इस तरह तुसी टेम्परेचर ऑन एनी स्केल माइनस लोअर फिक्स्ड पॉइंट ऑफ दैट स्केल। अगर सेंटीग्रेड स्केल है तो सेंटीग्रेड स्केल दा लोअर फिक्स्ड पॉइंट की होएगा वो चीज तुसी इहदी वैल्यू लिखनी है डिवाइडेड बाय अपर फिक्स्ड पॉइंट माइनस लोअर फिक्स्ड पॉइंट। ये जो रिलेशन है इट शुड बी कॉन्स्टेंट। ये जिहड़ी वैल्यू हैगी है एक कॉन्स्टेंट आनी चाहिए है। हुण इसी चीज नूं आपां चारों स्केल्स दे उत्ते अप्लाई करते हैगे हैं तो साडे कोल रिलेशन की बन जाता है। हुण देखो अगर सेंटीग्रेड स्केल्स दे उत्ते आपां अप्लाई करते हैं टेंपरेचर ऑन एनी स्केल मीनस अगर सेल्सियस स्केल है तो C स्केल हो गया, ਇਹਦਾ ਲੋਅਰ ਫਿਕਸਡ ਪੁਆਇੰਟ ਕਿੰਨਾ ਹੈਗਾ 0, ਇਹਦਾ ਅਪਰ ਫਿਕਸਡ ਪੁਆਇੰਟ ਕਿੰਨਾ ਹੈਗਾ 100 ਮਾਈਨਸ ਲੋਅਰ ਫਿਕਸਡ ਪੁਆਇੰਟ 0। ਐਵੇਂ ਹੀ ਫਾਰਨਹਾਈਟ ਸਕੇਲ ਦਾ ਜਿਹੜੀ ਸਕੇਲ ਕਿਹੜੀ ਹੋ ਗਈ ਫਾਰਨਹਾਈਟ, ਉਹਦਾ ਲੋਅਰ ਫਿਕਸਡ ਪੁਆਇੰਟ ਕਿੰਨਾ ਹੋ ਗਿਆ 32, ਫਿਰ ਅਪਰ ਫਿਕਸਡ ਪੁਆਇੰਟ 212 ਮਾਈਨਸ ਲੋਅਰ ਫਿਕਸਡ ਪੁਆਇੰਟ 32 डिग्री फॉरेनहाइट। इस तरह ही केल्विन के minus 273 is lower fixed point, 373 is upper fixed point minus lower fixed point is equal to R र्यूमर scale minus 0 ਇਹਦਾ lower fixed point है और 80 ਉਹਦਾ upper fixed point minus 0 lower fixed point। तो ਸਾਡੇ ਕੋਲੇ ਵੈਲਿਊ ਆ ਜਾਂਦੀ ਹੈ ਮਾਈਨਸ ਕਰਨ ਤੋਂ ਬਾਅਦ C upon 100 is equal to F minus 32 upon 180 degree is equal to K minus 273 upon 100 is equal to R upon 80। जब ਅਸੀਂ ਇਹਨੂੰ ਕਾਮਨ ਲੈ ਲੈਂਦੇ ਹਾਂ ਤਾਂ ਸਾਡੇ ਕੋਲ ਫਾਰਮੂਲਾ ਬਣ ਜਾਂਦਾ ਹੈ C upon C upon 5 is equal to F minus 32 upon 9 is equal to K minus 273 upon 5 is equal to R upon 4। ਇਹ ਰਿਲੇਸ਼ਨ ਤੁਹਾਨੂੰ ਯਾਦ ਰੱਖਣਾ ਹੈਗਾ ਇਹ ਸਾਨੂੰ ਚਾਰੋਂ ਸਕੇਲਸ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨ ਦਿੰਦਾ ਹੈ। ਅਗਰ ਮੰਨ ਲਓ ਤੁਸੀਂ ਸੈਂਟੀਗ੍ਰੇਡ ਸਕੇਲ ਨੂੰ ਫਾਰਨਹਾਈਟ ਚ ਕਨਵਰਟ ਕਰਨਾ ਹੈਗਾ ਤਾਂ ਸਿਰਫ ਤੁਸੀਂ ਇੰਨੀ ਹੀ ਵੈਲਿਊ ਲਓਗੇ C upon 5 is equal to F। इस चीज ਨੂੰ ਆਪਾਂ ਕੰਪੇਅਰ ਕਰਾਂਗੇ। ਜੇ ਸਾਨੂੰ ਸੈਂਟੀਗ੍ਰੇਡ ਔਰ ਕੈਲਵਿਨ ਚ ਕਨਵਰਟ ਕਰਨਾ ਤਾਂ ਆਪਾਂ A ਵਾਲਾ ਰਿਲੇਸ਼ਨ ਔਰ A ਵਾਲਾ ਰਿਲੇਸ਼ਨ ਲੈ ਲਵਾਂਗੇ। ਅਗਰ ਫਾਰਨਹਾਈਟ ਨੂੰ ਕੈਲਵਿਨ ਚ ਕਨਵਰਟ ਕਰਨਾ ਹੈ ਤਾਂ ਦੋ ਮੀਨਸ ਜੋ ਵੀ ਦੋ ਵੈਲਿਊਜ਼ ਦੇ ਵਿੱਚ ਤੁਸੀਂ ਆਪਸ ਦੇ ਵਿੱਚ ਕਨਵਰਟ ਕਰਨਾ ਹੈ ਉਹ ਦੋ ਕਨਸਟੈਂਟਸ ਤੁਸੀਂ ਇਹਦੇ ਵਿੱਚ ਲੈ ਲੈਣੇ ਹੈਗੇ। ਸਾਰਾ ਫਾਰਮੂਲਾ ਤੁਹਾਨੂੰ ਇਹ ਯਾਦ ਰੱਖਣਾ ਪੈਣਾ ਹੈ ਕਨਵਰਸ਼ਨ ਦਾ। फॉर एग्जाम्पल अगर मान लो साडे कोल एवें दा थर्मामीटर हैगा जिहड़ी गलत रीडिंग दिंदा पिया फॉल्टी थर्मामीटर। हुण असीं उस रीडिंग नूं किवें करैक्ट करना है ਉਹਦੇ वास्ते सानू आ रिलेशन याद रखना पैना है। अगर मान लो कोई थर्मामीटर हैगा तुहाडी गलत रीडिंग दे रहा हैगा ਤੇ ਉਸ ਚੀਜ਼ ਨੂੰ ਆਪਾਂ ਸੈਂਟੀਗ੍ਰੇਡ ਸਕੇਲ 'ਚ ਸਹੀ ਰੀਡਿੰਗ ਕਿਵੇਂ ਦੱਸਾਂਗੇ ਤਾਂ that will be C सेंटीग्रेड स्केल
-0 is your lower fixed point upon upper fixed point minus lower fixed point, ਜਿਹੜਾ ਉਹਦਾ difference ਕੀ ਆ ਜਾਂਦਾ ਸਾਡਾ 100 ਆ ਜਾਂਦਾ। ਥੀਟਾ ਕੀ ਹੈਗਾ? ਥੀਟਾ is the fault reading, ਕਿੰਨੇ ਉਹਨੇ ਗਲਤ ਰੀਡਿੰਗ ਲਿੱਤੀ ਹੈਗੀ, ਉਹ ਰੀਡਿੰਗ ਤੁਸੀਂ ਲਿਖਣੀ ਹੈ। ਮਾਈਨਸ ਥੀਟਾ 0, ਥੀਟਾ 0 is the lower fixed point of that faulty thermometer, ਜੋ fault thermometer ਜਿਹਦੇ ਨਾਲ ਤੁਸੀਂ temperature measure ਕਰਦੇ ਪਏ ਹੋ ਉਹਦਾ ਜਿਹੜਾ lower fixed point ਹੈ that is theta 0। और n की चीज है number of divisions between lower fixed point and upper fixed point, means ਤੁਹਾਡੇ ਕੋਲ ਥਰਮਾਮੀਟਰ ਹੈਗਾ ਹੈ, ਮੰਨ ਲਓ ਆ ਸਕੇਲ ਹੈਗੀ ਹੈ, ਇਹਦਾ ਜਿਹੜਾ lower fixed point ਹੈਗਾ that is theta 0, ठीक है। ਤੇ ਇਹ ਜਿਹੜਾ ਉਹਦਾ ਅਪਰ ਫਿਕਸ ਪੁਆਇੰਟ ਵੀ ਕੋਈ ਵੈਲਿਊ ਹੋਏਗੀ ਉਹ ਸਾਨੂੰ ਨਹੀਂ ਪਤਾ, ਸਾਨੂੰ ਉਹਨਾਂ ਦੇ ਡਿਫਰੈਂਸ ਪਤਾ ਹੈ ਕਿ ਦੋਨਾਂ ਦੀ ਰੀਡਿੰਗ ਦੇ ਵਿੱਚ ਦਾ ਵੀ ਕਿੰਨੀ ਡਿਵੀਜ਼ਨਸ ਹੈ, n ਡਿਵੀਜ਼ਨਸ। ਔਰ ਥੀਟਾ ਕੋਈ ਟੈਂਪਰੇਚਰ ਹੈਗਾ ਹੈ ਫਾਲਟੀ, ठीक है। इस टैंपरेचर ਨੂੰ ਹੁਣ ਤੁਸੀਂ ਸਹੀ ਕਰਕੇ ਦੱਸਣਾ ਹੈ ਕਿ ਜਿਹੜਾ ਟੈਂਪਰੇਚਰ ਗਲਤ ਥਰਮਾਮੀਟਰ ਜੋ ਰੀਡਿੰਗ ਦੇ ਰਿਹਾ ਉਹਦੇ ਨਾਲ ਮੇਜ਼ਰ ਕੀਤਾ ਗਿਆ ਹੈਗਾ ਉਹ ਐਗਜ਼ੈਕਟ ਉਸ ਰੀਡਿੰਗ ਦੀ ਕੀ ਵੈਲਿਊ ਹੋਏਗੀ। ਤਾਂ ਤੁਸੀਂ ਇਹ ਰਿਲੇਸ਼ਨ ਦੇ ਵਿੱਚ ਯੂਜ਼ ਕਰਕੇ ਉਸ ਵੈਲਿਊ ਨੂੰ ਫਾਈਂਡ ਆਊਟ ਕਰਨਾ ਹੈ। ਤੇ ਇਹਦਾ ਮੈਂ ਐਗਜ਼ਾਮਪਲ ਦੇ ਕੇ ਤੁਹਾਨੂੰ ਬਤਾਉਣੀ ਹੈਗੀ ਆ ਵੀ ਤੁਸੀਂ ਕਿਵੇਂ ਸੋਲਵ ਕਰ ਸਕਦੇ ਹੋ। ਫॉर एग्जांपल, a faulty thermometer has its fixed points marked as 5 degree and 85 degree, ਜਿਹੜਾ 5 degree ਹੈ ਉਹ lower fixed point ਹੋਏਗਾ ਔਰ 85 degree ਹੈ ਜਿਹੜਾ upper fixed point ਹੋਏਗਾ, and temperature of the body as measured by the faulty thermometer is 53 degree centigrade। ਉਹ ਜਿਹੜਾ fault ਜਿਹੜਾ ਗਲਤ thermometer ਸਾਨੂੰ reading ਦੇ ਰਿਹਾ ਉਹ ਕਿੰਨੀ ਦੇ ਰਿਹਾ ਹੈਗਾ 53 degree centigrade। ਹੁਣ ਸਾਨੂੰ correct reading find out ਕਰਨੀ ਹੈ in the Celsius scale। ਤਾਂ ਆਪਾਂ ਨੇ ਜਿਹੜਾ ਫਾਰਮੂਲਾ ਹੈਗਾ ਉਹ ले लेना हैगा C minus 0 upon 100 is equal to theta minus theta 0 upon n। थीटा की हैगी है जिहड़ी fault reading है, fault reading साडी कितनी हैगी है 53 डिग्री। थीटा थीटा 0 की हैगा उदा lower fixed point, lower fixed point कितना है 5 डिग्री और n सानू कढ़ना है नंबर ऑफ डिविजन्स, तो ਆਪਾਂ upper fixed point ਚੋਂ lower fixed point ਮਾਈਨਸ ਕਰਾਂਗੇ ਤਾਂ ਸਾਡੇ ਕੋਲ ਕੀ ਆ ਗਿਆ 80। ਇਹਨੂੰ ਤੁਸੀਂ ਡਾਇਰੈਕਟ ਫਾਰਮੂਲੇ 'ਚ ਸਬਸਟੀਟਿਊਟ ਕਰੋਗੇ ਔਰ c ਦੀ ਵੈਲਿਊ ਫਾਈਂਡ ਆਊਟ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ c ਦੀ ਵੈਲਿਊ ਆ ਗਈ ਹੈ that is 60 डिग्री। मींस फार्मूला ਤੁਹਾਨੂੰ याद रखना है और ਕਿਹੜੀ ਕਿਹੜੀ ਵੈਲਿਊ ਦਿੱਤੀ ਹੋਈ ਹੈ ਅਗਰ ਉਹ ਬਿਲਕੁਲ ਧਿਆਨ ਨਾਲ ਤੁਸੀਂ ਪੜ ਇਹਦੇ ਵਿੱਚ ਫਿਲ ਕਰਦੇ ਹੋ ਤਾਂ ਤੁਸੀਂ ਆਪਣੀ ਜੋ ਕੁਐਸਚਨਸ ਜੋ ਕੱਢਣਾ ਚਾਹੁੰਦੇ ਹੋ ਕੱਢ ਸਕਦੇ ਹੋ। अगला एग्जाम्पल फिर आप लेने हैं क्योंकि ये बहुत इंपॉर्टेंट है फॉल्टी थर्मामीटर वाला। तो लोअर फिक्स्ड पॉइंट ते अपर फिक्स्ड पॉइंट तुहानू थर्मामीटर दे 10 दिते गए हैं, ठीक है। वो कहता इफ थर्मामीटर रीड्स 90 डिग्री what will be the temperature on centigrade या सेल्सियस स्केल। तो उन्हें C अपन फार्मूला पता है C upon 100 is equal to थीटा माइनस थीटा 0 अपॉन n। तो C अपॉन 100 is equal to वैल्यू सारी दी है, फॉल्टी रीडिंग 90 है, लोअर फिक्स्ड पॉइंट 5 है, अपर फिक्स ते लोअर फिक्स का डिफरेंस कड्डोगे तुहाडे कोल n दी वैल्यू आ जाएगी। तो इस वैल्यू च सबस्टिट्यूट करके तुहाडे कोल C दी वैल्यू आ गई 24.6 डिग्री सेंटीग्रेड। फिर अगला साडा हैगा यू हैव टू फाइंड आउट एट व्हाट टेम्परेचर ऑन फॉरेनहाइट स्केल will have the reading double the reading on the centigrade scale। ਉਹ ਕਹਿੰਦਾ ਉਹ ਕਿਹੜਾ ਟੈਂਪਰੇਚਰ ਹੈਗਾ ਫੋਰਨਹਾਈਟ ਸਕੇਲ ਦਾ ਜਿਹਦੀ ਰੀਡਿੰਗ ਜਿਹੜੀ ਹੈਗੀ ਹੈ ਡਬਲ ਹੋ ਜਾਏਗੀ ਰੀਡਿੰਗ ਔਨ ਦਾ ਸੈਂਟੀਗ੍ਰੇਡ ਸਕੇਲ। ਤਾਂ ਸਾਨੂੰ ਹੁਣ ਫੋਰਨਹਾਈਟ ਤੇ ਸੈਂਟੀਗ੍ਰੇਡ ਸਕੇਲ ਦੇ ਵਿੱਚ ਆਪਸ 'ਚ ਰਿਲੇਸ਼ਨ ਪਤਾ ਹੋਣਾ ਚਾਹੀਦਾ ਹੈ ਤੇ ਉਹ ਰਿਲੇਸ਼ਨ ਕੀ ਹੈ C/5 is equal to F minus 32/9। तो let us suppose C की ले ली ਆਪਾਂ x डिग्री है सेंटीग्रेड ਦੇ ਵਿੱਚ अगर वैल्यू तो फॉरेनहाइट 'ਚ ਕੀ ਹੋ ਜਾਊਗੀ डबल हो जाऊगी that is 2x डिग्री हो जाऊगी। और फार्मूले तुसी सब्सटीट्यूट करोगे और x की वैल्यू फाइंड आउट करोगे तो x comes out to be 160 डिग्री। So at 160 डिग्री reading of Fahrenheit scale will be double the reading as measured by the centigrade
ਸਕੇਲ। ਨੈਕਸਟ ਐਗਜ਼ਾਮਪਲ ਹੈ ਜਿਹਦੇ ਵਿੱਚ ਸਿੰਪਲ ਤੁਹਾਨੂੰ ਸੈਂਟੀਗ੍ਰੇਡ 50 ਡਿਗਰੀ ਸੈਂਟੀਗ੍ਰੇਡ ਨੂੰ ਰਿਊਮਰ ਸਕੇਲ 'ਚ ਕਨਵਰਟ ਕਰਨਾ ਹੈ ਤਾਂ ਤੁਹਾਨੂੰ ਦੋਨਾਂ ਦਾ ਰਿਲੇਸ਼ਨ ਲੈਣਾ ਪੈਣਾ C/100 ਇਜ਼ ਇਕੁਅਲ ਟੂ R/80। C ਦੀ ਵੈਲਿਊ ਤੁਹਾਨੂੰ ਸੈਂਟੀਗ੍ਰੇਡ 'ਚ ਦਿੱਤੀ ਹੋਈ ਹੈਗੀ ਆ, R ਦੀ ਵੈਲਿਊ ਤੁਸੀਂ ਫਾਈਂਡ ਆਊਟ ਕਰਨੀ ਹੈ। ਰਿਲੇਸ਼ਨ ਦੇ ਵਿੱਚ ਸਬਸਟੀਟਿਊਟ ਕਰੋਗੇ ਤਾਂ R ਦੀ ਵੈਲਿਊ ਤੁਹਾਡੇ ਕੋਲ ਆ ਗਈ 40 ਰਿਊਮਰ। ਠੀਕ ਹੈ ਬੱਚੋ। ਨੈਕਸਟ ਹੈ ਤੁਹਾਡੇ ਕੋਲ temperature at which centigrade scale has the same numerical value as the Celsius scale. तो let C is equal to X and F is equal to X दोनों बराबर होने चाहिए तो ਆਪਾਂ ਦੋਨਾਂ ਦੀ ਵੈਲਿਊ ਕੀ ਲੈ ਲਵਾਂਗੇ x ਉਹਨੂੰ ਡਾਇਰੈਕਟ ਫਾਰਮੂਲੇ ਸਬਸਟੀਟਿਊਟ ਕਰਾਂਗੇ C/5 is equal to F minus 32 upon 9 तो दोनों ਤੁਸੀਂ ਸੋਲਵ ਕਰਦੇ ਹੋ x ਦੀ ਵੈਲਿਊ ਤਾਂ x ਤੁਹਾਡੇ ਕੋਲ ਕੀ ਆ ਜਾਊਗਾ -40 degree. So at -40 degree both the Celsius scale and the Fahrenheit scale will have the same temperature. ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ numericals find out solve ਕਰ ਸਕਦੇ ਹੋ using the relation between the different scales of the temperature. ਤੇ ਜਿਹੜੇ ਆ ਨੂਮੈਰੀਕਲਸ ਡਿਸਕਸ ਕੀਤੇ ਆ ਤੁਹਾਡੇ ਬਹੁਤ ਇੰਪੋਰਟੈਂਟ ਹੈਗੇ ਆ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਤਾਂ ਤੁਸੀਂ ਵੀ ਪੂਰੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਤਾਂ ਮੇਨ ਸਾਨੂੰ ਰਿਲੇਸ਼ਨ ਯਾਦ ਹੋਣਾ ਚਾਹੀਦਾ ਹੈ ਦ ਡਿਫਰੈਂਸ ਬਿਟਵੀਨ ਸੈਲਸੀਅਸ ਸਕੇਲ ਐਂਡ ਫॉर your different scales of temperature. Thank you.